गुरु गरीब निवास, गुरु गरीब निवास। आनंद गुणी निदान, गुरु गरीब निवास। दर्शन देख जीवा गुर तेरा, दर्शन देख जीवा गुर तेरा, दर्शन देख जीवा गुर तेरा, दर्शन देख जीवा गुर तेरा। पूरन करम पूरन करम होए प्रभ मेरा, दर्शन देख जीवा गुर तेरा, दर्शन देख जीवा गुर तेरा। पूरन करम पूरन करम होए प्रभ मेरा, दर्शन देख जीवा गुर तेरा, दर्शन देख जीवा गुर तेरा। एह बिनंती सुन प्रभ मेरे, एह बिनंती सुन प्रभ मेरे, देह नाम कर अपने चेरे, देह नाम कर देह नाम कर अपने चेरे, दर्शन देख जीवा गुर तेरा, दर्शन देख जीवा गुर तेरा। पूरन करम पूरन करम होए प्रभ मेरा, दर्शन देख जीवा गुर तेरा, दर्शन देख जीवा गुर तेरा। अपनी शरण राख प्रभ दाते, अपनी शरण
ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ ਗੁਰ ਪ੍ਰਸਾਦ ਕਿਨੈ ਗੁਰ ਪ੍ਰਸਾਦ ਕਿਨੈ ਬਿਰਲੇ ਜਾਤੇ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸੈ ਮੇਰਾ ਜੀਤਾ ਚਰਨ ਕਮਲ ਬਸੈ ਮੇਰਾ ਜੀਤਾ ਚਰਨ ਕਮਲ ਬਸੈ ਮੇਰਾ ਜੀਤਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਨਾਨਕ ਏਕ ਕਰੈ ਅਰਦਾਸ ਨਾਨਕ ਏਕ ਕਰੈ ਅਰਦਾਸ ਬਿਸਰ ਨਾਹੀ ਪੂਰਨ ਗੁਣ ਤਾਸ ਬਿਸਰ ਨਾਹੀ ਪੂਰਨ ਗੁਣ ਤਾਸ ਬਿਸਰ ਨਾਹੀ ਪੂਰਨ ਗੁਣ ਤਾਸ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ
होए प्रभ मेरा दर्शन देगा जीवा गुर तेरा दर्शन देख जीवा गुर तेरा दर्शन देख जीवा गुर तेरा। परम सन्मानयोग सतगुरां दी साजी ते नवाजी, सत्कारयोग साध संगत जीओ, आओ सतगुरां ने महान कृपा की है जो कि भादरों दे महीने ਨੂੰ ਮੁੱਖ ਰੱਖਦਿਆਂ ਹੋਇਆ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਆਪਾਂ ਸਾਰੇ ਜੁੜ ਰਹੇ ਹਾਂ। ਸਤਿਗੁਰੂ ਦੀ ਕਿਰਪਾ ਨਾਲ ਸਤ ਸੰਗਤ ਵਿੱਚ ਜੁੜਨ ਦਾ ਸਮਾਂ ਜਿਹੜਾ ਹੈ ਉਹ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਮਹਾਰਾਜ ਕਹਿੰਦੇ ਆ ਵੱਡ ਭਾਗੀ ਹਰ ਸੰਗਤ ਪਾਵੇ, ਵੀ ਜਿਹਦੇ ਵੱਡੇ ਭਾਗ ਨੇ, ਜਿਹਦੇ ਪੂਰਬਲੇ ਕਰਮ ਨੇ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਿਹਦੇ ਭਾਗ ਜਾਗਦੇ ਆ, ਮਹਾਰਾਜ ਕਹਿੰਦੇ ਉਹਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਭਾਗਾਂ ਤੋਂ ਹੀਣਾ ਪੁਰਸ਼ ਭਾਵੇਂ ਸੰਗਤ ਵਿੱਚ ਆ ਵੀ ਜਾਵੇ, ਉਹ ਲਾਹਾ ਨਹੀਂ ਲੈ ਸਕਦਾ। ਸਾਡੇ ਵੱਡੇ ਪੂਰਬਲੇ ਕਰਮ ਹਨ, ਸਤ ਸੰਗਤ ਦੀ ਪ੍ਰਾਪਤੀ ਹੋਈ ਹੈ। ਜਿੰਨਾ ਵੀ ਸਮਾਂ ਮਹਾਰਾਜ ਦੇ ਚਰਨਾਂ ਵਿੱਚ ਜੁੜੀਏ, ਮਨ ਜਿਹੜਾ ਇੱਧਰੋਂ ਉੱਧਰੋਂ ਬਾਹਰਲੇ ਖਿਆਲਾਤਾਂ ਤੋਂ ਰੋਕ ਕੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਜੋੜਨ ਦਾ ਆਪਾਂ ਸਾਰੇ ਰਲ ਮਿਲ ਕੇ ਯਤਨ ਕਰੀਏ। ਮਨ ਟਿਕਾਉਣਾ ਹੀ ਔਖਾ ਹੈ, ਮਨ ਬਾਂਦਰ ਕੀ ਨਿਆਈ ਮਨ ਬੌਰਾ ਹੈ, ਇੱਧਰ ਉੱਧਰ ਭੱਜਿਆ ਰਹਿੰਦਾ। ਮਨ ਦਾ ਸੁਭਾਅ ਹੈ ਵੀ ਮਨ ਕਦੇ ਟਿਕ ਕੇ ਨਹੀਂ ਬਹਿੰਦਾ। ਇਹ ਮਿੰਟਾਂ ਸਕਿੰਟਾਂ ਦੇ ਵਿੱਚ ਦੇਸਾਂ ਵਿਦੇਸਾਂ ਦੀ ਯਾਤਰਾ ਕਰਾਉਂਦਾ। ਮਹਾਰਾਜ ਕਹਿੰਦੇ ਆ ਵੀ ਜਿਨ੍ਹਾਂ ਨੇ ਆਪਣੇ ਮਨ 'ਤੇ ਕਾਬੂ ਪਾ ਲਿਆ, ਸਮਝੋ ਵੀ ਉਹਨਾਂ ਨੇ ਸਾਰੇ ਹੀ ਜਗਤ ਜਿਹੜਾ ਸੀ ਉਹ 'ਤੇ ਜਿੱਤ ਪ੍ਰਾਪਤ ਕਰ ਲਈ। ਆਪਾਂ ਰੋਜ਼ ਪੜ੍ਹਦੇ ਹਾਂ ਨਾ ਜਪਜੀ ਸਾਹਿਬ ਦੇ ਵਿੱਚ, ਮਨ ਜੀਤੈ ਜਗ ਜੀਤ, ਵੀ ਜਿਨ੍ਹਾਂ ਨੇ ਆਪਣਾ ਮਨ ਜਿੱਤ ਲਿਆ ਉਹ ਜਗ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਆ। ਮਨ ਨੂੰ ਜਿੱਤਣਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਬਾਕੀ ਦੁਨੀਆ ਨੂੰ ਬੰਦਾ ਜਿੱਤ ਲੈਂਦਾ, ਕੰਮਕਾਰ ਕਰਕੇ ਜਿੱਤ ਲੈਂਦਾ, ਆਪਣੇ ਹੁਨਰ ਦੇ ਨਾਲ ਜਿੱਤ ਲੈਂਦਾ, ਆਪਣੀ ਕਾਬਲੀਅਤ ਨਾਲ ਜਿੱਤ ਲੈਂਦਾ। ਬਾਕੀ ਤੇ ਸਾਰੇ ਪਾਸੇ ਜਿੱਤ ਪ੍ਰਾਪਤ ਕਰ ਲੈਂਦਾ। ਜੇ ਹਾਰਦਾ ਤਾਂ ਮਨ ਤੋਂ ਹਾਰਦਾ। ਇਹ ਮਨ 'ਤੇ ਜਿੱਤ ਪ੍ਰਾਪਤ ਕਰਨੀ ਹੈ ਬੜੀ ਔਖੀ ਘਾਟੀ ਹੈ। ਜਿਹੜੇ ਮਨ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਹੈ, ਮਹਾਰਾਜ ਸਾਹਿਬ ਕਹਿੰਦੇ ਸਮਝੋ ਵੀ ਉਹਨਾਂ ਨੂੰ ਨਾ ਕਿਤੇ ਚੋਣਾਂ ਲੜਨ ਦੀ ਲੋੜ ਹੈ, ਨਾ ਕਿਤੇ ਉਹਨਾਂ ਨੂੰ ਹੋਰ ਰੋਸ ਮੁਜ਼ਾਹਰੇ ਕਰਨ ਦੀ ਲੋੜ ਹੈ। ਉਹਨਾਂ ਦੀ ਜੱਗ ਉੱਤੇ ਜਿੱਤ ਹੋ ਜਾਂਦੀ ਹੈ ਜਿਹੜੇ ਇਸ ਮਨ ਨੂੰ ਜਿੱਤ ਲੈਂਦੇ। ਸੋ ਆਓ ਅੱਜ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਹੈ। ਭਾਦਰੋਂ ਦਾ ਮਹੀਨਾ ਸ਼ੁਰੂ ਹੋਇਆ। ਆਪਾਂ ਹਰ ਮਹੀਨੇ ਦੀ ਵਿਚਾਰ ਸਰਵਣ ਕਰਦੇ ਹਾਂ। ਜਿਹੋ ਜਿਹਾ ਮੌਸਮ ਹੁੰਦਾ ਹੈ ਉਹੋ ਜਿਹੀ ਬਾਣੀ ਦਾ ਉਚਾਰਨ ਮਹਾਰਾਜ ਨੇ ਉਸੇ ਮਹੀਨੇ ਮੁਤਾਬਕ ਕੀਤਾ ਹੈ। ਸਾਲ ਵਿੱਚ 12 ਮਹੀਨੇ ਹੈ ਅਤੇ 12 ਮਹੀਨਿਆਂ ਦੀ ਵਿਚਾਰ ਜਿਹੜੀ ਹੈ ਉਹ ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਬੜੀ ਸੋਚ ਵਿਚਾਰ ਕੇ ਮਹਾਰਾਜ ਨੇ ਗੁਰਬਾਣੀ ਦਾ ਉਚਾਰਨ ਕੀਤਾ ਹੈ।
महाराज की सोच वेखो, जे सावन का महीना है, पिछे सावन का महीना लंघिया है, सावन का महीना क्यों जिहा हुंदा है, उस बाबत महाराज ने फरमाया भी सावन के महीने में घटा कालियां घटावां चढ़दियां ते हरियावल आउंदी है, बनस्पति दे विच खुशहाली आउंदी है। सावन विच बरखा हुंदी है, बरखा की बूंद जिहड़ी ये कहंदे सोहणी लगदी है। इदां ही कहंदे परमात्मा दे प्यार वाले जिहड़े है उन्हां नूं नाम रूपी बूंद प्यारी लगदी है। हर मिलना नौ मन लोचदा करम मिलावन हार, और उस परमात्मा नूं मिलण वास्ते मन दे अंदर तांग पैदा हुंदी है, पर वो परमात्मा आप अपनी मेहर नाल ही मिलदा है। वो मिलदा किदां है, जिन्हां उत्ते किरपा कर देवे उन्हां नूं प्राप्त हुंदा है। इसे बाबत गुरु साहब फरमान करदे है, भादोए परम भुलाणिया दूजा लगा हेत। भरम का मतलब है भटकना, भुलाणिया का मतलब है कुराहे पै जाना। कहते जिमें भादरों दे त्राटके ते घुमे, ਇਹਦੇ ਵਿੱਚ ਮਨੁੱਖ बहुत घबरा ਜਾਂਦਾ है। जिमें सियाणे कहते हैं ना भी भादरों की जिहड़ी धुप है, ये धुप ने जट साध बना दिता सी। इसे करके कहते हैं भी इस आ महीने की जिहड़ी त्राटक है, धुप है, आ महीने की जिहड़ी गर्मी हुंदी है, ਇਹਦੇ ਵਿੱਚ कहते मनुख घबरा जाता है। जिस जीव इस्तरी का प्यार परमात्मा पति तो बिना किसी होर नाल लगदा है, कहते भटकण के कारण जीवन के सही रास्ते तो खुंझ जाती है। इस तरह महाराज कहते हैं भी त्राटके जिहड़े आ उहनूं लगदे आ। इन्हां त्राटकियां तो उही मनुख घबराउंदा है जिहड़ा परमात्मा दे नालों टुटिया होवे, जिहड़ा किसी होर नाल लग्या होवे, परमात्मा तो विछड़िया होवे, ਉਹਨੂੰ ਕਹਿੰਦੇ ਤਰਾਟਕੇ ਜਿਹੜੇ ਆ ਤੰਗ ਕਰਦੇ। ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਆਪਣੇ ਪਤੀ ਤੋਂ ਖੁੰਝੀ ਹੋਈ ਜੀਵ ਰੂਪ ਇਸਤਰੀ ਕਹਿੰਦੇ ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰ ਲਵੇ, ਉਸ ਦੇ ਕੀਤੇ ਹੋਏ ਸਿੰਗਾਰ ਕਿਸੇ ਕੰਮ ਨਹੀਂ ਆਉਂਦੇ ਜੇਕਰ ਉਹ ਆਪਣੇ ਪਤੀ ਨੂੰ ਖੁਸ਼ ਨਹੀਂ ਕਰ ਸਕਦੀ। ਭਾਵੇਂ ਕਹਿੰਦੇ ਲੱਖਾਂ ਸਿੰਗਾਰ ਕਰੀ ਜਾਵੇ, ਪਰ ਕਹਿੰਦੇ ਉਹਦੇ ਲੱਖਾਂ ਕੀਤੇ ਹੋਏ ਸਿੰਗਾਰ ਕਿਸੇ ਕੰਮ ਨਹੀਂ ਆਉਂਦੇ। ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ। ਕਹਿੰਦੇ ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੁੰਦਾ ਹੈ, ਜਦੋਂ ਸਰੀਰ ਖਤਮ ਹੋ ਜਾਂਦਾ ਹੈ, ਕਹਿੰਦੇ ਉਸ ਵੇਲੇ ਸਾਰੇ ਅੰਗ ਸਾਕ ਇਹ ਆਖਣ ਲੱਗ ਜਾਂਦੇ ਹਨ कि हुणे गुजर गया, लोथ अपवित्र पई है, इसनूं छेती बाहर लै चलो। तित वेला कैसन प्रेत, कहते उस वेले ही प्रेत प्रेत कहन लग जाते। पकड़ चलाएन दूत जम किसै न देनी पेत। जमदूत जिहड़े आ जिंद नूं फड़ के अगे ला लैंदे, किसी नूं कहंदे भेत नहीं दसदे भी कित्थे लै चले आ। छड्ड खड़ो ते खिनै माहे जिन स्यों लगा हेत। जिन्हां संबंधियां दे नाल सारी उम्र बड़ा प्यार बनिया रहिंदा है, कहंदे वो पल विच ही साथ छड्ड बैठदे हन। हथ मरोड़ै तन कपे स्याहो हो आसेत। कहते जदों ये अखीरला समा आ जाता है, मौत आई वेख के मनुख बड़ा पछताउंदा है, उसका शरीर बड़ा औखा हुंदा है। कहते वो काले तो चिट्टा पिया हुंदा है जदों उहनूं अपने अखीरले समय बारे पता लग जाए। आप वेखदे हैं ना, आपां मौत तो सारे डरदे, आउणी सारियां ती है। हरेक मनुख मौत तो डरदा, किसी का नहीं जी करदा कि मौत नूं अपने गले नाल लगा लवे, नहीं लगाउंदा। हर एक मनुख इस मौत तो भावें जीव है। मनुख की तो वक्री गल है, मनुख नूं ते समझ है, मनुख नूं ते पता है मौत बारे,
ਜੇ ਆਪਾਂ ਕਿਸੇ ਜਾਨਵਰ ਨੂੰ ਜਾਂ ਕਿਸੇ ਪੰਛੀ ਨੂੰ ਸਾਧ ਸੰਗਤ ਫੜਨ ਦਾ ਯਤਨ ਕਰੀਏ, ਉਹ ਵੀ ਸਾਧ ਸੰਗਤ ਇਸ ਫੰਦੇ ਤੋਂ ਡਰਦਾ ਹੈ। ਉਹ ਵੀ ਫੰਦੇ ਤੋਂ ਡਰਦਾ ਜਿਵੇਂ ਮਨੁੱਖ ਜਮ ਰੂਪੀ ਫੰਦੇ ਤੋਂ ਡਰਦਾ ਵੀ ਕਿਤੇ ਜਮਾਂ ਦੀ ਮੈਨੂੰ ਮਾਰ ਨਾ ਪੈ ਜਾਏ, ਜਮ ਮੈਨੂੰ ਫੜ ਨਾ ਲੈਣ। ਉਹ ਜਮ ਰੂਪੀ ਫੰਦਕ ਤੋਂ ਡਰਦਾ ਹੈ। ਮਛਲੀ ਜਿਹੜੀ ਹੈ ਪਾਣੀ ਵਿੱਚ ਫੰਦਕ ਤੋਂ ਡਰਦੀ ਹੈ, ਫੜਨ ਵਾਲੇ ਤੋਂ, ਮਛੇਰੇ ਤੋਂ ਡਰਦੀ ਹੈ। ਧਰਤੀ ਦੇ ਜੀਵ ਸਾਧ ਸੰਗਤ ਭਾਵ ਵੀ ਜਿਨ੍ਹਾਂ ਦੇ ਵਿੱਚ ਜਾਨ ਹੈ ਉਹ ਸਾਰਿਆਂ ਤੋਂ ਡਰਦੇ। ਜਿਨ੍ਹਾਂ ਦੇ ਵਿੱਚ ਜਾਨ ਹੈ ਉਹ ਡਰਨ ਦਾ ਮਤਲਬ ਹੈ ਵੀ ਉਹ ਮੌਤ ਤੋਂ ਡਰਦੇ ਆ। ਉਹਨਾਂ ਨੂੰ ਇਹ ਡਰ ਹੁੰਦਾ ਹੈ ਵੀ ਇਹ ਹੁਣ ਮੈਨੂੰ ਫੜ ਕੇ ਮਾਰ ਦੇਗਾ, ਖਤਮ ਕਰ ਦੇਗਾ। ਉਹ ਡਰਦੇ ਆ, ਆਪਣੀ ਜਾਨ ਬਚਾਉਣ ਲਈ ਡਰਦੇ। ਹੁਣ ਸੱਪ ਨੂੰ ਆਪਾਂ ਕਿੰਨਾ ਜ਼ਹਿਰੀਲਾ ਸਮਝਦੇ ਹਾਂ। ਸੱਪ ਕਿੰਨਾ ਜ਼ਹਿਰੀਲਾ ਹੁੰਦਾ ਹੈ। ਹਰੇਕ ਇਨਸਾਨ ਸੱਪ ਤੋਂ ਡਰਦਾ ਹੈ। ਪਰ ਜੇ ਸੱਪ ਬਾਰੇ ਦੇਖੀਏ, ਸੱਪ ਆਪ ਡਰਦਾ ਮਨੁੱਖ ਤੋਂ। ਕਿੰਨਾ ਯਤਨ ਕਰਦਾ ਹੈ ਆਪਾਂ ਸੱਪ ਨੂੰ ਫੜਨ ਲੱਗ ਜਾਈਏ, ਲੱਭਣ ਲੱਗ ਜਾਈਏ, ਉਹ ਅਗਾਂਹ ਦੀ ਅਗਾਂਹ ਲੁਕਦਾ ਜਾਂਦਾ ਹੈ। ਉਹ ਲੁਕਦਾ ਜਾਵੇਗਾ। ਡੰਗ ਕਦੋਂ ਮਾਰਦਾ? ਜਦੋਂ ਸੱਪ ਦੇ ਉੱਪਰ ਆਪਣਾ ਪੈਰ ਰੱਖਿਆ ਜਾਏ। ਉਹ ਤਾਂ ਵਿਚਾਰਾ ਆਪਣੇ ਬਚਾਅ ਦਾ ਮਾਰਾ ਹੀ ਭੱਜਦਾ ਹੈ, ਆਪਣੇ ਬਚਾਓ ਦਾ ਮਾਰਾ ਹੀ ਡੰਗ ਮਾਰਦਾ ਹੈ। ਉਂਝ ਨਹੀਂ ਸੱਪ ਕਦੇ ਡੰਗ ਮਾਰਦਾ ਹੁੰਦਾ। ਅਤੇ ਆਪਣੇ ਬਚਾਓ ਵਾਸਤੇ ਜਿਵੇਂ ਮਨੁੱਖ ਆਪਣਾ ਬਚਾਓ ਕਰਦਾ, ਆਪਾਂ ਆਪਣੇ ਬੱਚਿਆਂ ਨੂੰ ਸਮਝਾਉਂਦੇ ਹਾਂ ਵੀ ਬੱਚਿਓ ਟ੍ਰੈਫਿਕ ਤੋਂ ਬਚੋ, ਰੋਡ ਪਾਰ ਕਰਨਾ ਤਾਂ ਬਚੋ। ਆਪਾਂ ਕਿੰਨੀ ਸਿੱਖਿਆ ਦਿੰਦੇ ਹਾਂ, ਚੰਗੇ ਮਾੜੇ ਬਾਰੇ ਆਪਾਂ ਬੱਚਿਆਂ ਨੂੰ ਸਮਝਾਉਂਦੇ ਹਾਂ ਵੀ ਆਹ ਜਗ੍ਹਾ 'ਤੇ ਖੜ੍ਹਨਾ, ਆਹ ਜਗ੍ਹਾ 'ਤੇ ਨਹੀਂ ਖੜ੍ਹਨਾ, ਇਸ ਬੰਦੇ ਦਾ ਸੰਗ ਕਰਨਾ, ਇਹਦਾ ਨਹੀਂ ਕਰਨਾ। ਜਿਹੜਾ ਮਾੜਾ ਹੁੰਦਾ, ਜਿਹੜਾ ਕੋਈ ਨਸ਼ੇੜੀ, ਆਪਾਂ ਆਪਣੇ ਬੱਚਿਆਂ ਨੂੰ ਕਹਿਣਾ ਬੱਚਿਓ ਭਾਈ ਨਸ਼ੇੜੀਆਂ ਦਾ ਕਦੇ ਸੰਗ ਨਾ ਕਰਿਓ। ਜਿਹੜੇ ਨਸ਼ਾ ਕਰਦੇ ਹੈ ਉਹਨਾਂ ਦਾ ਕਦੇ ਸੰਗ ਨਹੀਂ ਕਰਨਾ। ਜਿਹੜੇ ਸ਼ਰਾਬ ਪੀਂਦੇ ਆ, ਜਿਹੜੇ ਗੋਲੀਆਂ ਖਾਂਦੇ ਆ, ਇਹੋ ਜਿਹੇ ਮਨੁੱਖਾਂ ਦਾ ਸੰਗ ਨਹੀਂ ਕਰਨਾ। ਉਹ ਜੀਵਨ ਬਰਬਾਦ ਕਰ ਦਿੰਦੇ ਆ। ਆਪਾਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਈਏ ਵੀ ਚੰਗੇ ਇਨਸਾਨਾਂ ਕੋਲ ਖੜੀਏ, ਉਹ ਇਨਸਾਨ ਦਾ ਸੰਗ ਕਰੀਏ ਬੱਚਿਓ, ਵੀ ਜਿਹੜਾ ਚੰਗੇ ਪਾਸੇ ਲੈ ਕੇ ਜਾਵੇ, ਜਿਹੜਾ ਚੰਗੀ ਸਿੱਖਿਆ ਦੇਵੇ, ਜਿਹੜਾ ਗਿਆਨ ਦੀਆਂ ਗੱਲਾਂ ਸਿਖਾਵੇ, ਜਿਹੜਾ ਗੁਰੂ ਦੇ ਦਰ ਦੀਆਂ ਗੱਲਾਂ ਸਿਖਾਵੇ, ਜਿਹਦੇ ਸਿੱਖਿਆ ਦੇ ਨਾਲ ਆਪਣੇ ਜੀਵਨ ਵਿੱਚ ਵਾਧਾ ਹੋਵੇ, ਜਿਹਦੀ ਸਿੱਖਿਆ ਦੇ ਨਾਲ ਸਾਨੂੰ ਕੁਝ ਮਿਲੇ, ਉਸ ਬੰਦੇ ਦਾ ਸੰਗ ਕਰਨਾ ਹੈ। ਕਿਸੇ ਮਾੜੇ ਪੁਰਸ਼ ਦਾ ਸੰਗ ਨਹੀਂ ਕਰਨਾ, ਕਿਸੇ ਚੋਰ ਦਾ ਸੰਗ ਨਹੀਂ ਕਰਨਾ, ਕਿਸੇ ਠੱਗ ਦਾ ਸੰਗ ਨਹੀਂ ਕਰਨਾ। ਜੇ ਇੱਕ ਸੰਗ ਕਰਨਾ ਹੈ ਤਾਂ ਭਲੇ ਮਨੁੱਖ ਦਾ ਸੰਗ ਕਰਨਾ ਹੈ। ਭਲੇ ਮਨੁੱਖਾਂ ਦੀ ਸੰਗਤ ਜਿਹੜੀ ਹੈ ਉਹ ਇਨਸਾਨ ਨੂੰ ਤਾਰ ਦਿੰਦੀ ਹੈ। ਮਾੜੇ ਮਨੁੱਖਾਂ ਦੀ ਸੰਗਤ ਜਿਹੜੀ ਹੈ ਇਨਸਾਨ ਨੂੰ ਖਤਮ ਕਰ ਦਿੰਦੀ ਹੈ। ਕਿੰਨੇ ਉਹ ਬੱਚੇ ਨੇ ਸਾਧ ਸੰਗਤ ਜਿਹੜਿਆ ਹੁਣ ਵੇਖਿਆ ਨਾ, ਹੁਣ ਸਰਕਾਰ ਵੱਲੋਂ ਨਸ਼ੇ 'ਤੇ ਪਾਬੰਦੀ ਲਾਈ ਹੋਈ ਹੈ। ਅਤੇ ਇਸ ਪਾਬੰਦੀ ਦੇ ਵਿੱਚ ਕਿੰਨੇ ਸਾਧ ਸੰਗਤ ਉਹ ਬੱਚੇ ਨੇ ਜਿਹੜੇ ਤੜਫਦੇ ਆ, ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ। ਨਸ਼ਾ ਤਾਂ ਕਹਿੰਦੇ ਰੋਟੀ ਦਾ ਹੀ ਬਹੁਤ ਹੁੰਦਾ ਹੈ। ਨਾਮ ਬਾਣੀ ਦਾ ਨਸ਼ਾ ਕਰ ਲਈਏ, ਦੋ ਪ੍ਰਸ਼ਾਦਿਆਂ ਦਾ ਨਸ਼ਾ ਕਰ ਲਈਏ, ਸਭ ਤੋਂ ਵੱਡਾ ਹੈ। ਅਤੇ ਇਹਦੇ ਨਾਲ ਹੀ ਜ਼ਿੰਦਗੀ ਅੱਗੇ ਤੁਰ ਸਕਦੀ ਹੈ। ਪਰਮਾਤਮਾ ਕਿਰਪਾ ਕਰੇ ਕਿ ਇਹੋ ਜਿਹੇ ਸੰਗ ਤੋਂ ਪਰਮਾਤਮਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਬਚਾਵੇ। ਪਰਮਾਤਮਾ ਮਿਹਰ ਭਰਿਆ ਹੱਥ ਰੱਖੇ, ਚੜ੍ਹਦੀ ਕਲਾ ਦੀ ਦਾਤ ਬਖਸ਼ੇ ਸੱਚੇ ਪਾਤਸ਼ਾਹ। ਆਪਾਂ ਗੱਲ ਕਰਦੇ ਹਾਂ ਵੀ ਮੌਤ ਤੋਂ ਹਰੇਕ ਡਰਦਾ ਹੈ, ਹਰੇਕ ਮਨੁੱਖ ਡਰਦਾ ਹੈ, ਹਰੇਕ ਜੀਵ ਡਰਦਾ ਹੈ। ਮੌਤ ਨੂੰ ਗਲੇ ਲਗਾਉਣ ਦਾ ਕਿਸੇ ਦਾ ਜੀਅ ਨਹੀਂ ਕਰਦਾ। ਹੱਥ ਮਰੋੜੈ ਤਨ ਕਬੇ ਜਿਨ ਸਿਉ ਲੱਗਾ ਹੀ, ਹੱਥ ਛੱਡ ਖੜੋਤੇ ਖਿਨੈ ਮਾਹੀ, ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹੋ ਹੋਆ ਸੇਤ। ਜਦੋਂ ਕਹਿੰਦੇ ਮੌਤ ਆਈ ਵੇਖਦਾ ਮਨੁੱਖ, ਇਹ ਬੜਾ ਪਛਤਾਉਂਦਾ ਹੈ। ਇਸ ਦਾ ਸਰੀਰ ਔਖਾ ਹੁੰਦਾ ਹੈ, ਪਰ ਕਹਿੰਦੇ ਉਹ ਕਾਲੇ ਤੋਂ ਚਿੱਟਾ ਪੈ ਜਾਂਦਾ ਹੈ, ਭਾਵ ਵੀ ਉਹਦਾ ਰੰਗ ਬਦਲ ਜਾਂਦਾ ਹੈ ਘਬਰਾਹਟ ਦੇ ਨਾਲ। ਘਬਰਾਹਟ ਨਾਲ ਇੱਕ ਰੰਗ ਆਉਂਦਾ ਅਤੇ ਇੱਕ ਜਾਂਦਾ ਹੈ। ਕਦੇ ਕਹਿੰਦੇ ਲਾਲ ਹੋ ਗਿਆ, ਕਦੇ ਪੀਲਾ ਹੋ ਗਿਆ, ਕਦੇ ਚਿੱਟਾ ਹੋ ਗਿਆ। ਇੱਦਾਂ ਜਿਹੜਾ ਮਨੁੱਖ ਹੈ ਇਹ ਮੌਤ ਦੇ ਡਰ ਅੱਗੇ ਘਬਰਾ ਜਾਂਦਾ ਹੈ। ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹੈ ਉਹ ਸਾਧ ਸੰਗਤ ਇਸ ਡਰ ਤੋਂ ਮੁਕਤ ਹੋ ਜਾਂਦੇ ਹੈ। ਉਹ ਡਰਦੇ ਨਹੀਂ, ਉਹ ਸਰੀਰ ਨਾਲ ਨਹੀਂ ਜੁੜਦੇ। ਜਿਵੇਂ ਗੁਰੂ ਅਰਜਨ ਦੇਵ ਸਾਹਿਬ
जे साध संगत शरीर नाल जुड़े होंदे फिर वो तत्ती तबी ते किदां बह जांदे। वो सिर दे उपर तत्ते रेत दे कड़छे किदां पवा लैंदे। वो महाराज शरीर नाल ही सी जुड़े हुए, उन्हां दी लिव जिहड़ी सी अकाल पुरख परमात्मा दे नाल जुड़ी हुई सी। और उन्हां दा संग करन वाले भाई मती दास जी, भाई सती दास जी ਐਵੇਂ नहीं साध संगत देगां विचों वाले खा गए, ਐਵੇਂ नहीं उन्होंने अपना साध संगत तन चरा लिया, ਐਵੇਂ नहीं बंद बंद कटवा गए, ਐਵੇਂ नहीं उन्होंने खोपरियां लहा लईयां। ते साध संगत वो शरीर नाल ही सी जुड़े होए, उन्हां दा ध्यान जिहड़ा सी, उन्हां दी लिव जिहड़ी सी अकाल पुरख परमात्मा दे नाल जुड़ी हुई सी। चंगे ते भले पुरुषां दा संग करिए, साडे ते भी परमात्मा मेहर करे, साडा भी डर दूर हो जाए। महाराज कहंदे है ये डर तां हुंदा है जे अंदर बंदे दे पाप होवे, जे अंदर इंसान दे शैतान होवे, शैतानी होवे, जे अंदर इंसान दे साध संगत बुरे ख्यालात होण। हुण माड़े कर्म करन वाला ही डरदा है। हुण आपां संगत विच बैठे आ, इत्थे जे कोई चोर बैठा होवेगा, चोर नूं डर होएगा मेरी चोरी ना फड़ी जाए। जिहड़े हुण आपां आम बैठे आ, सानूं काहदा डर है भाई, सानूं काहदा डर है। आले दुआले किसी शहर दे विच, किसी नगर दे विच जे पुलिस आउंदी है, पुलिस चढ़ के आउंदी है, जिहड़े चंगे बंदे आ उन्हां नूं काहदा डर। डर होएगा पुलिस तो नशेड़ियां नूं, डर होएगा चोरां नूं, डर होएगा साध संगत ठग्गां नूं। आपां नूं काहदा डर है, आपां नूं कोई डर नहीं। इस करके महाराज कहंदे आ भी जे चंगे कर्म करोगे तां जमां दा भी डर नहीं लगदा, फिर मौत दा भी डर नहीं रहिंदा मनुੱਖ नूं जे चंगे कर्म करे। महाराज कहंदे आ जिहा बीजै सो लुणै करमा संदड़ा खेत। हुण ये आपां वेखणा भी साडे तो मौत का डर दूर होवे, आपां वेखणा है। फिर की करना पएगा, जिहा बीजै सो लुणै। फिर समझ करनी पवेगी भी आ शरीर है ना जिहड़ा एक खेत है। जिवें खेत दे विच इंसान किसान फसल बीजदा है, जिहो जिहा बीज बीजदा वढ लैंदा है। जे लोड़ है दाख बजौरियां किकर बीजै जट, जे वो बीजदा किकरां दे भालदा बदाख दियां बजौर दियां दाखां। ते साध संगत इदां नहीं ना कहंदे हो सकदा, जिहो जिहा बीज बीजांगे। हुण झोना लाया होया, झोना ही वढना प्यारिओ। पहलां कणक वढ के हटे आ, कणक बीजी ते कणक दा फल प्राप्त कीता। सूरजमुखी लाउंदे आ, वो सूरजमुखी वढदे, आलू बीजदे आ ते आलू पटदे आ। जी जिहो जी बंदा फसल बीजदा है उहनूं फल भी तो उही मिलदा है, उही वढदा है। ते साध संगत ये शरीर रूपी एक खेत है साडा। इस शरीर दे रूपी खेत विच जिहो जिहा आपां बीज बीजांगे, चंगे बीज बीजांगे चंगा फल प्राप्त हो जू, माड़े बीज बीजांगे माड़ियां दा संग करांगे, चोरियां जारियां ठगियां दे विच फसांगे ते साध संगत फिर उहे जे फल प्राप्त हो जाने। जे नाम सिमरन दे वल ध्यान होएगा, चंगे कर्मां वल, पुन्न दे कम्मां वल, जे तेरे विच योग्यता है तू कोई दान पुन्न कर लै, तू भजन सिमरन कर लै, जे तेरे कोल माया दित्ती है रब ने दान पुन्न कर लै, गरीबां विच गरीबां दी किसे लोड़वंद दी सहायता कर दे। ते साध संगत चंगे पासे वल माया खर्चीए, चंगे पासे वल माया भी वो खर्च सकदा है जिहदे उत्ते परमात्मा दी किरपा हो जाए। नहीं ते आपां वेखदे हां साध संगत इंसान जिहड़ा तजौरियां भर भर के रखदा है, पर अखीरले वेले महाराज कहंदे है भी इन्हां तजौरियां ने, इन्हां बैंक बैलेंसां ने, वड्डियां वड्डियां कोठियां मोटर कारां ने किसे काम नहीं आउणा। जे आएगा तां जिन्ना जपिया होया नाम ते भले दे कर्म कीते होणगे ਉਹੀ ਮਨੁੱਖ ਦੇ ਨਾਲ ਜਾਂਦੇ ਆ। ਚੰਗਾ ਕੀਤਾ ਹੋਇਆ ਕਰਮ ਹੀ ਮਨੁੱਖ ਦਾ ਸਾਥੀ ਬਣਦਾ ਹੈ। ਤੇ ਸਾਧ ਸੰਗਤ ਅਸਲ ਸਾਥੀ ਉਹ ਅਕਾਲ ਪੁਰਖ ਪਰਮਾਤਮਾ ਹੈ। ਆਪਾਂ ਤੋਂ ਝੂਠੇ ਦੁਨੀਆਦਾਰ ਲੋਕਾਂ ਨੂੰ ਸਾਥੀ ਬਣਾਈ ਬੈਠੇ ਆ। ਇਹਨਾਂ ਵਿੱਚੋਂ ਕੋਈ ਸਾਥੀ ਨਹੀਂ, ਭਾਵੇਂ ਕੋਈ ਪੁੱਤਰ ਹੈ, ਭਾਵੇਂ ਕੋਈ ਧੀ ਹੈ, ਭਾਵੇਂ ਘਰ ਵਾਲੀ ਹੈ, ਭਾਵੇਂ ਮਾਂ ਪਿਓ ਹਨ, ਕੋਈ ਵੀ ਸਾਥੀ ਨਹੀਂ ਹੈ। ਅਸਲ ਸਾਥੀ ਜਿਹੜਾ ਅਕਾਲ ਪੁਰਖ ਪਰਮਾਤਮਾ ਹੈ। ਸਦਾ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰੀਏ ਔਰ ਮਾਂ ਪਿਓ ਦੀ ਸੇਵਾ ਕਰੀਏ। ਮਾਂ ਪਿਓ ਦੀ ਸੇਵਾ ਅਤੇ ਸਾਧ ਸੰਗਤ ਸਭ ਤੋਂ ਉੱਤਮ ਸੇਵਾ ਹੈ, ਜਿਨ੍ਹਾਂ ਨੂੰ ਪਰਮਾਤਮਾ ਨੇ
ਮਾਂ ਪਿਓ ਦੀ ਦਾਤ ਬਖਸ਼ਿਸ਼ ਦਿੱਤੀ ਹੋਈ ਹੈ। ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਹਨ, ਆਪੋ ਆਪਣੇ ਮਾਂ ਪਿਓ ਦੀ ਸੇਵਾ ਕਰੀਏ। ਜਿਹਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਜਿਹੋ ਜਿਹਾ ਬੀਜ ਬੀਜਾਂਗੇ ਉਹੀ ਵੱਢਣਾ ਪੈਂਦਾ। ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਕਹਿੰਦੇ ਹੇ ਨਾਨਕ, ਵੀ ਜਿਨ੍ਹਾਂ ਦਾ ਰਾਖਾ ਤੇ ਹੇਤੂ ਗੁਰੂ ਬਣਦਾ ਹੈ ਨਾ, ਪ੍ਰਮਾਤਮਾ ਬਣਦਾ ਹੈ, ਗੁਰੂ ਉਹਨਾਂ ਨੂੰ ਪ੍ਰਮਾਤਮਾ ਦੇ ਚਰਨਾਂ ਰੂਪ ਜਹਾਜ਼ ਵਿੱਚ ਚੜ੍ਹਾ ਦਿੰਦਾ ਹੈ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਅਰਦਾਸ ਵਿੱਚ, ਵੀ ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਮਦੇ, ਗੁਰ ਪਾਰ ਉਤਾਰਨ ਹਾਰ। ਪ੍ਰਮਾਤਮਾ ਆਪਣੀ ਸ਼ਰਧਾ ਵੇਖਦਾ ਹੈ। ਉਹਨੇ ਇਹ ਨਹੀਂ ਵੇਖਣਾ ਵੀ ਤੂੰ ਕਿੰਨੇ ਪੈਸੇ ਲੈ ਕੇ ਆਇਆ, ਤੂੰ 10 ਰੁਪਏ ਦਾ ਮੱਥਾ ਟੇਕੇ ਜਾਂ 100 ਦਾ ਜਾਂ 50 ਦਾ ਜਾਂ 500 ਦਾ ਮੱਥਾ ਟੇਕੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਅਕਾਲ ਪੁਰਖ ਪ੍ਰਮਾਤਮਾ ਨੂੰ ਇਹਨਾਂ ਪੈਸਿਆਂ ਦੇ ਨਾਲ ਕੋਈ ਮਤਲਬ ਨਹੀਂ। ਜਿਹੜੇ ਆਪਾਂ ਚੜ੍ਹਾਵੇ ਚੜਾਉਂਦੇ ਆ, ਇਹਨਾਂ ਨਾਲ ਗੁਰੂ ਘਰ ਦੇ ਸੇਵਾਵਾਂ ਚੱਲਦੀਆਂ ਨੇ, ਗੁਰੂ ਘਰ ਦੀਆਂ ਬਿਲਡਿੰਗਾਂ ਬਣਦੀਆਂ ਨੇ। ਆਪਾਂ ਪਹਿਲਾਂ ਛੋਟੇ ਦਰਬਾਰ ਵਿੱਚ ਹੁੰਦੇ ਸਾਂ, ਮਹਾਰਾਜ ਨੇ ਕਿਰਪਾ ਕੀਤੀ ਜੀ, ਆਪਣੇ ਕੋਲ ਪੈਸਾ ਇਕੱਠਾ ਹੋਇਆ। ਸਰਦਾਰ ਮਸਤਾਨ ਸਿੰਘ ਜੀ ਉਹਨਾਂ ਦੇ ਸਰਪੰਚ, ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਮਹਾਰਾਜ ਨੇ ਸੇਵਾ ਦਿੱਤੀ। ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਕਿੱਡਾ ਵੱਡਾ ਵਧੀਆ ਦਰਬਾਰ ਸਾਹਿਬ ਬਣਾ ਲਿਆ। ਅੱਗੇ ਆਉਣ ਵਾਲੇ ਸਮੇਂ ਵਿੱਚ ਇੱਦਾਂ ਹੀ ਮਹਾਰਾਜ ਕਿਰਪਾ ਕਰਨ ਵੀ ਸੰਗਤਾਂ ਦੇ ਵਿੱਚ ਪਿਆਰ ਬਣੇ। ਆਉਣ ਵਾਲੇ ਸਮੇਂ ਵਿੱਚ ਫਿਰ ਆਪਾਂ ਰਹਿੰਦੀ ਜਿਹੜੀ ਉਸਾਰੀ ਹੈ, ਉਹ ਵੀ ਮਹਾਰਾਜ ਕਿਰਪਾ ਕਰਕੇ ਸੇਵਾ ਬਖਸ਼ ਕੇ ਲੈ ਲਵੇ। ਇਹ ਪਰਮਾਤਮਾ ਨੇ ਕਿਰਪਾ ਕਰਨੀ ਹੈ। ਪਰਮਾਤਮਾ ਕਿਰਪਾ ਕਰੇ ਵੀ ਰਹਿੰਦੇ ਗੁਰੂ ਘਰ ਦੇ ਕਾਰਜ ਨੇ ਜਿਹੜੇ ਉਹ ਅਧੂਰੇ ਪਏ ਕਾਰਜ ਮਹਾਰਾਜ ਛੇਤੀ ਨੇਪਰੇ ਚੜ੍ਹਾ ਲਵੇ। ਸੋ ਇਹ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕਰਨੀ ਹੈ। ਜਦੋਂ ਕਿਰਪਾ ਕਰਨੀ ਹੈ ਫਿਰ ਪਤਾ ਨਹੀਂ ਲੱਗਣਾ। ਸੋ ਇਸ ਕਰਕੇ ਪਿਆਰਿਓ, ਗੁਰੂ ਘਰ ਦੀਆਂ ਸੇਵਾਵਾਂ ਇਹਨਾਂ ਮਾਇਆ ਨਾਲ ਚੱਲਦੀਆਂ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਮਤਲਬ ਨਹੀਂ, ਭਾਵੇਂ ਤੂੰ ਖਾਲੀ ਹੱਥ ਮੱਥਾ ਟੇਕਦੇ, ਭਾਵੇਂ ਲੱਖਾਂ ਰੁਪਈਆ ਚੜ੍ਹਾ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਲੱਖਾਂ ਰੁਪਈਆਂ ਦੇ ਨਾਲ ਖੁਸ਼ ਨਹੀਂ ਹੁੰਦਾ। ਉਹਨੇ ਕੀ ਵੇਖਣਾ? ਉਹ ਤੇ ਤੇਰੀ ਸ਼ਰਧਾ ਵੇਖਣੀ, ਸ਼ਰਧਾ ਵੇਖਣੀ ਹੈ। ਜੇ ਤੇਰੇ ਅੰਦਰ ਸ਼ਰਧਾ ਹੈ ਫਿਰ ਪੱਥਰ ਵਿੱਚੋਂ ਵੀ ਪ੍ਰਗਟ ਹੋਣਾ ਹੈ। ਜੇ ਨਹੀਂ ਫਿਰ ਜੋ ਪੱਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਕਹਿੰਦੇ ਜਿਹੜੇ ਕੋਈ ਪੱਥਰਾਂ ਨੂੰ ਪੂਜਦੇ ਆ ਉਹਨਾਂ ਦੀ ਕਾਲ ਅਜਾਈ ਜਾਂਦੀ ਹੈ। ਮਹਾਰਾਜ ਕਹਿੰਦੇ ਆ ਜੋ ਪਾਥਰ ਕੀ ਪਾਈ ਪਾਏ, ਜੋ ਕਹਿੰਦੇ ਪਾਥਰ ਕੋ ਕਹਤੇ ਦੇਵ ਤਾਂ ਕਿ ਬਿਰਥਾ ਹੋਵੇ ਸੇਵ। ਜਿਹੜੇ ਪੱਥਰਾਂ ਨੂੰ ਕਹਿੰਦੇ ਦੇਵਤੇ ਕਹਿੰਦੇ ਆ, ਉਹਨਾਂ ਦੀ ਸੇਵਾ ਜਿਹੜੀ ਆ, ਮਹਾਰਾਜ ਕਹਿੰਦੇ ਆ, ਮੈਂ ਨਹੀਂ ਕਹਿੰਦਾ, ਕਹਿੰਦੇ ਉਹਨਾਂ ਦੀ ਸੇਵਾ ਜਿਹੜੀ ਆ ਬਿਰਥ ਜਾਂਦੀ ਹੈ। ਇਸ ਕਰਕੇ ਭਾਵਨਾ ਬਣਾਈਏ, ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਭਾਵਨਾ ਨਾਲ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੇ ਆ, ਗੁਰੂ ਉਹਨਾਂ ਦੇ ਬੇੜੇ ਪਾਰ ਕਰ ਦਿੰਦਾ ਹੈ, ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ। ਭਾਦੋਏ ਭਰਮ ਭਲਾਣੀਆਂ, ਭਾਦੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਸਾਨੂੰ ਸਾਰਿਆਂ ਨੂੰ ਸਮਝਾਉਂਦੇ ਆ ਵੀ ਭਾਈ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਿਹੜੇ ਸਿਮਰਦੇ ਹਨ, ਉਹਨਾਂ ਨੂੰ ਇਹ ਭਾਦੋਂ ਦੇ ਤਰਾਟ ਕੇ ਸਾਧ ਸੰਗਤ ਤੰਗ ਨਹੀਂ ਕਰਦੇ, ਉਹਨਾਂ ਤੋਂ ਘਬਰਾਉਂਦਾ ਨਹੀਂ ਮਨੁੱਖ। ਜਿਹੜੇ ਪਰਮਾਤਮਾ ਨਾਲੋਂ ਟੁੱਟੇ ਹੁੰਦੇ ਹਨ, ਉਹਨਾਂ ਨੂੰ ਇਹ ਤਰਾਟਕਿਆਂ ਦਾ ਡਰ ਰਹਿੰਦਾ ਹੈ, ਮੌਤ ਦਾ ਡਰ ਰਹਿੰਦਾ ਹੈ, ਜਮਦੂਤਾਂ ਦਾ ਡਰ ਰਹਿੰਦਾ ਹੈ। ਜਿਹੜੇ ਮਾੜੇ ਕਰਮ ਕਰਦੇ ਆ ਉਹਨਾਂ ਨੂੰ ਡਰ ਹੁੰਦਾ, ਪਰ ਜਿਹੜੇ ਚੰਗੇ ਕਰਮ ਕਰਦੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਸੇ ਭਾਦੋਏ ਨਰਕ ਨਾ ਪਾਈਐ, ਗੁਰ ਰੱਖਣ ਵਾਲਾ ਹੇਤ। ਕਹਿੰਦੇ ਗੁਰੂ ਕਿਰਪਾ ਕਰ ਦੇਵੇ ਨਾ, ਜਿਨ੍ਹਾਂ ਨੂੰ ਆਪਣੇ ਬਣਾ ਲਵੇ, ਉਹ ਫਿਰ ਨਰਕ ਵਿੱਚ ਨਹੀਂ ਜਾਂਦੇ। ਉਹਨਾਂ ਨੂੰ ਨਰਕਾਂ ਤੋਂ ਸਾਧ ਸੰਗਤ ਮਹਾਰਾਜ ਕਿਰਪਾ ਕਰਕੇ ਬਚਾਅ ਮਿਲ ਜਾਂਦਾ, ਉਹਨਾਂ ਦਾ ਬਚਾਅ ਹੋ ਜਾਂਦਾ ਹੈ। ਜਿਹੜੇ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਂਦੇ ਆ, ਕਿਉਂਕਿ ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਹਨ। ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਘਬਰਾਉਂਦਾ ਹੈ, ਪਰਮਾਤਮਾ ਤੋਂ ਟੁੱਟਿਆ ਹੋਇਆ ਮਨੁੱਖ ਹੀ ਮੌਤ ਤੋਂ ਡਰਦਾ ਹੈ। ਆਓ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਉੱਪਰ ਮਿਹਰ ਭਰਿਆ ਹੱਥ ਰੱਖਣ। ਇੱਕ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਆਨੰਦ ਸਾਹਿਬ ਦੀ ਬਾਣੀ ਦਾ ਜਾਪ। ਫਿਰ ਇਹ ਸਾਰਿਆਂ ਨੇ ਮਹਾਰਾਜ ਸਾਹਿਬ ਦੇ ਪਵਿੱਤਰ ਚਰਨਾਂ ਦੇ ਵਿੱਚ ਅਰਦਾਸਾਂ ਵਿੱਚ ਸ਼ਾਮਿਲ ਹੋਣਾ। ਹੁਣ ਜਿਹੜੇ ਸ੍ਰੀ ਸਹਿਜ ਪਾਠ ਦੀ ਸੇਵਾ ਸੀ, ਉਹ ਸਰਦਾਰ ਅਵਤਾਰ ਸਿੰਘ ਜੀ ਤਥਾ ਸਾਰੇ ਪਰਿਵਾਰ ਵੱਲੋਂ ਪਿਛਲੇ ਮਹੀਨੇ ਤੋਂ ਸ੍ਰੀ ਸਹਿਜ ਪਾਠ ਦੀ ਸੇਵਾ ਪ੍ਰਾਰੰਭ ਹੋਈ। ਮਹਾਰਾਜ ਨੇ ਕਿਰਪਾ ਕੀਤੀ, ਸੇਵਾ ਨਿਰਵਿਘਨ ਸੰਪੂਰਨ ਹੋਈ ਹੈ। ਹੁਣ ਅੱਗੇ ਸੇਵਾ ਜਿਹੜੀ ਉਹ ਭਾਈ ਸਾਹਿਬ ਭਾਈ ਸਰਦਾਰ ਪਰਮਜੀਤ ਸਿੰਘ ਜੀ ਭੋਲੀਏ ਵਾਲੇ ਪਰਿਵਾਰ ਵੱਲੋਂ ਹੈ। ਅਤੇ ਦੋਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ, ਜੋ ਭਾਵਨਾ ਨੂੰ ਮੁੱਖ ਰੱਖਦਿਆਂ ਦੋਨਾਂ ਪਰਿਵਾਰਾਂ ਨੇ ਮਹਾਰਾਜ ਸਾਹਿਬ ਦੇ ਚਰਨ ਪਰਸੇ ਹਨ।
ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਤੇ ਦੋਨਾਂ ਪਰਿਵਾਰਾਂ ਨੂੰ ਕਿਰਤ ਕਮਾਈਆਂ ਦੇ ਵਿੱਚ ਵਾਧੇ ਬਖਸ਼ਣ ਪ੍ਰਮਾਤਮਾ। ਇਹ ਅਰਦਾਸ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ। ਅਗਲੇ ਸਮੇਂ 2 ਸਹਿਜ ਪਾਠਾਂ ਦੀ ਸੇਵਾ ਉਹ ਭਾਈ ਸਾਹਿਬ ਭਾਈ ਸਰਦਾਰ ਸਰਬਜੀਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਅਗਲੇ 2 ਸਹਿਜ ਪਾਠਾਂ ਦੀ ਸੇਵਾ ਹੈ ਲਗਾਤਾਰ ਲੜੀਵਾਰ। ਤੇ ਉਦੋਂ ਅਗਲੀ ਸੇਵਾ ਜਿਹੜੀ ਹੈ ਉਹ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਸਨ ਸਰਦਾਰ ਮੁਕੰਦ ਸਿੰਘ ਜੀ ਸਮੂਹ ਪਰਿਵਾਰ ਦੀ ਸੇਵਾ ਹੈ। 12ਵੇਂ ਮਹੀਨੇ ਤੱਕ ਦੇ ਸਹਿਜ ਪਾਠਾਂ ਦੀ ਸੇਵਾ ਸੰਗਤ ਵੱਲੋਂ ਲਈ ਗਈ ਹੈ। ਅਗਲੇ ਆਉਣ ਵਾਲੇ ਸਮੇਂ ਵਿੱਚ ਜਿਨ੍ਹਾਂ ਨੇ ਵੀ ਸੇਵਾ ਲੈਣੀ ਉਹ 12ਵੇਂ ਮਹੀਨੇ ਤੋਂ ਬਾਅਦ ਸੇਵਾ ਲੈਣ ਦੀ ਕਿਰਪਾਲਤਾ ਕਰਿਓ ਜੀ। ਆਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਭਨਾਂ ਨੂੰ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ, ਸਭਨਾਂ ਉੱਪਰ ਮਿਹਰ ਭਰਿਆ ਹੱਥ ਰੱਖਣ। ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ। ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ। ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ। ਬਸ ਰਹੇ ਹਿਰਦੈ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਬਸ ਰਹੇ ਹਿਰਦੈ ਗੁਰ ਚਰਨ ਪਿਆਰੇ। ਸਿਮਰ ਮਨਾ ਸਿਮਰ ਮਨਾ ਰਾਮ ਨਾਮ ਚਿਤਾਰੇ। ਸਿਮਰ ਮਨਾ